प्यारे विद्यार्थियों सत श्री अकाल। अज असी कंप्यूटर साइंस जमात 8वीं ਦੇ ਵਿੱਚ ਪਾਰਟ 1 ਤੋਂ 4 ਤੱਕ ਦੀ ਜਿਹੜੀ ਦੁਹਰਾਈ ਹੈ ਉਹ ਲੈ ਕੇ ਹਾਜ਼ਰ ਹਾਂ। ਤੇ ਇਸ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਖਾਲੀ ਥਾਵਾਂ, ਸਹੀ ਗਲਤ ਅਤੇ ਛੋਟੇ ਪ੍ਰਸ਼ਨ ਉੱਤਰਾਂ ਨੂੰ ਪੜਾਂਗੇ। ਤਾਂ ਸਾਡੇ ਕੋਲ ਸਭ ਤੋਂ ਪਹਿਲਾਂ ਪਾਰਟ ਪਹਿਲੇ ਦੀਆਂ ਖਾਲੀ ਥਾਵਾਂ ਹੈ। ਪਹਿਲੀ ਖਾਲੀ ਥਾਂ ਸਾਡੇ ਕੋਲ ਵੱਖ-ਵੱਖ ਸੈੱਲਾਂ ਵਿੱਚ ਅੱਗੇ ਜਾਣ ਲਈ ਟੇਬਲ ਵਿੱਚ ਡੈਸ਼ ਕੀ ਦੀ ਵਰਤੋਂ ਕੀਤੀ ਜਾਂਦੀ ਹੈ। ਸਾਡੇ ਕੋਲ ਇਸ ਦੇ ਆਪਸ਼ਨ ਹੈ ਕੰਟਰੋਲ, ਸ਼ਿਫਟ, ਟੈਬ ਜਾਂ ਹੋਮ। ਸਾਡੇ ਕੋਲ ਦਾ ਸਹੀ ਆਨਸਰ ਹੈ ਵੱਖ-ਵੱਖ ਸੈੱਲਾਂ ਵਿੱਚ ਅੱਗੇ ਜਾਣ ਲਈ ਟੇਬਲ ਵਿੱਚ ਟੈਬ ਕੀ ਦੀ ਵਰਤੋਂ ਕੀਤੀ ਜਾਂਦੀ ਹੈ। ਦੂਸਰਾ ਸਾਡੇ ਕੋਲ ਖਾਲੀ ਥਾਂ ਹੈ ਟੇਬਲ ਬਟਨ ਡੈਸ਼ ਟੈਬ ਵਿੱਚ ਮੌਜੂਦ ਹੁੰਦਾ ਹੈ। ਸਾਡੇ ਕੋਲ ਇਸ ਦੇ ਆਪਸ਼ਨ ਹੈ ਹੋਮ, ਲੇਆਊਟ, ਇਨਸਰਟ ਜਾਂ ਵਿਊ। ਤਾਂ ਟੇਬਲ ਜਿਹੜਾ ਬਟਨ ਹੈ ਉਹ ਸਾਡੇ ਕੋਲ ਇਨਸਰਟ ਟੈਬ ਵਿੱਚ ਮੌਜੂਦ ਹੁੰਦਾ ਹੈ। ਤੀਸਰੀ ਖਾਲੀ ਥਾਂ ਹੈ ਅਸੀਂ ਕਾਲਮ ਦੀ ਚੌੜਾਈ ਟੇਬਲ ਗਰੁੱਪ ਦੇ ਡੈਸ਼ ਬਟਨ ਤੋਂ ਬਦਲ ਸਕਦੇ ਹਾਂ। ਸਾਡੇ ਕੋਲ ਇਹਦੇ ਵੱਖ-ਵੱਖ ਆਪਸ਼ਨ ਨੇ। ਪਹਿਲਾ ਸਿਲੈਕਟ ਹੈ, ਦੂਸਰਾ ਵਿਊ, ਤੀਸਰਾ ਗ੍ਰਿਡ ਲਾਈਨ, ਚੌਥਾ ਪ੍ਰੋਪਰਟੀਜ਼। ਅਸੀਂ ਕਾਲਮ ਦੀ ਚੌੜਾਈ ਟੇਬਲ ਗਰੁੱਪ ਦੇ ਪ੍ਰੋਪਰਟੀ ਬਟਨ ਤੋਂ ਬਦਲ ਸਕਦੇ ਹਾਂ। ਅੱਗੇ ਸਾਡੇ ਕੋਲ ਚੌਥੀ ਖਾਲੀ ਥਾਂ ਆ ਗਈ ਡੈਸ਼ ਵਿੱਚ ਟੈਕਸਟ ਹੁੰਦਾ ਹੈ ਜੋ ਸਾਰੀਆਂ ਚਿੱਠੀਆਂ ਪ੍ਰਾਪਤ ਕਰਨ ਵਾਲਿਆਂ ਨੂੰ ਭੇਜਿਆ ਜਾਂਦਾ ਹੈ। ਸਾਡੇ ਕੋਲ ਇਹਦੇ ਵੱਖ-ਵੱਖ ਆਪਸ਼ਨ ਨੇ ਡਾਟਾ ਸੋਰਸ, ਮਾਈ ਡਾਕੂਮੈਂਟ, ਮੇਨ ਡਾਕੂਮੈਂਟ, ਲਾਸਟ ਹੈ ਕੋਈ ਵੀ ਨਹੀਂ। ਸੋ ਅਸੀਂ ਮੇਨ ਡਾਕੂਮੈਂਟ ਵਿੱਚ ਟੈਕਸਟ ਹੁੰਦਾ ਹੈ ਜੋ ਸਾਰੀਆਂ ਚਿੱਠੀਆਂ ਪ੍ਰਾਪਤ ਕਰਨ ਵਾਲਿਆਂ ਨੂੰ ਭੇਜਿਆ ਜਾਂਦਾ ਹੈ। ਅੱਗੇ ਪੰਜਵੀਂ ਖਾਲੀ ਥਾਂ ਹੈ ਡੈਸ਼ ਵਿੱਚ ਮੇਲਿੰਗ ਲਿਸਟ ਹੁੰਦੀ ਹੈ। ਸਾਡੇ ਕੋਲ ਇਹਦੇ ਆਪਸ਼ਨ ਹੈ ਡਾਟਾ ਸੋਰਸ, ਮਾਈ ਡਾਕੂਮੈਂਟ, ਸਾਰੇ ਹੀ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਸਾਡੇ ਕੋਲ ਦਾ ਸਹੀ ਆਨਸਰ ਹੈ ਡਾਟਾ ਸੋਰਸ ਵਿੱਚ ਮੇਲਿੰਗ ਲਿਸਟ ਹੁੰਦੀ ਹੈ। ਅੱਗੇ ਹੁਣ ਸਾਡੇ ਕੋਲ ਸਹੀ ਗਲਤ ਆ ਗਏ। ਪਹਿਲਾ ਹੈ ਸ਼ਿਫਟ ਪਲੱਸ ਟੈਬ ਕੀ ਨਾਲ ਅਗਲੇ ਸੈੱਲ ਵਿੱਚ ਜਾਂਦੇ ਹਨ, ਗਲਤ। ਦੂਸਰਾ ਹੈ ਰੋ ਅਤੇ ਕਾਲਮ ਦੇ ਕਾਰਟ ਨੂੰ ਸੈੱਲ ਕਹਿੰਦੇ ਹਨ, ਸਹੀ। ਤੀਸਰਾ ਹੈ ਡਾਟਾ ਸੋਰਸ ਵਰਡ ਦਾ ਉਹ ਡਾਕੂਮੈਂਟ ਹੁੰਦਾ ਹੈ ਜਿਸ ਵਿੱਚ ਦੂਸਰਿਆਂ ਨੂੰ ਭੇਜੀ ਜਾਣ ਵਾਲੀ ਸੂਚਨਾ ਹੁੰਦੀ ਹੈ, ਗਲਤ। ਚੌਥਾ ਸਾਡੇ ਕੋਲ ਹੈ ਟੇਬਲ ਗਰੁੱਪ ਵਿੱਚ ਸਪਲਿਟ ਆਪਸ਼ਨ ਹੁੰਦੀ ਹੈ ਜਿਸ ਵਿੱਚ ਦੂਸਰਿਆਂ ਨੂੰ ਭੇਜੀ ਜਾਣ ਵਾਲੀ ਸੂਚਨਾ ਹੁੰਦੀ ਹੈ, ਸਹੀ। ਲਾਸਟ ਸਾਡੇ ਕੋਲ ਸੈੱਲਾਂ ਨੂੰ ਗਰੁੱਪ ਵਿੱਚ ਮਰਜ, ਸੈੱਲਾਂ ਨੂੰ ਟੇਬਲ ਵਿੱਚ ਗਰੁੱਪ ਮਰਜ ਨਹੀਂ ਕੀਤਾ ਜਾਂਦਾ, ਗਲਤ। ਅੱਗੇ ਸਾਡੇ ਕੋਲ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਆ ਗਏ। ਪਹਿਲਾ ਹੈ ਡਾਕੂਮੈਂਟ ਵਿੱਚ ਟੇਬਲ ਇੰਸਰਟ ਕਰਨ ਦੇ ਕਿਸੇ ਇੱਕ ਤਰੀਕੇ ਦਾ ਨਾਮ ਦੱਸੋ। ਡਾਕੂਮੈਂਟ ਵਿੱਚ ਟੇਬਲ ਇੰਸਰਟ ਕਰਨ ਦੇ ਕਈ ਤਰੀਕੇ ਹਨ ਜਿਨ੍ਹਾਂ ਵਿੱਚੋਂ ਮੁੱਖ ਤਰੀਕੇ ਇਸ ਪ੍ਰਕਾਰ ਹਨ ਡਰਾ ਟੇਬਲ ਆਪਸ਼ਨ ਰਾਹੀਂ, ਟੇਬਲ ਬਟਨ ਦੀ ਵਰਤੋਂ ਨਾਲ, ਇਨਸਰਟ ਟੇਬਲ ਆਪਸ਼ਨ ਦੀ ਵਰਤੋਂ ਦੇ ਨਾਲ ਅਸੀਂ ਜਿਹੜਾ ਟੇਬਲ ਹੈ ਉਹ ਆਪਣੇ ਡਾਕੂਮੈਂਟ ਵਿੱਚ ਸ਼ਾਮਲ ਕਰ ਸਕਦੇ ਹਾਂ। ਦੂਸਰਾ ਪ੍ਰਸ਼ਨ ਹੈ ਸਪਲਿਟ ਸੈੱਲ ਆਪਸ਼ਨ ਦੀ ਵਰਤੋਂ ਬਾਰੇ ਦੱਸੋ। ਸਪਲਿਟ ਸੈੱਲ ਦਾ ਮਤਲਬ ਹੁੰਦਾ ਹੈ ਵੰਡਣਾ। ਸਪਲਿਟ ਸੈੱਲ ਆਪਸ਼ਨ ਦੀ ਵਰਤੋਂ ਕਰਕੇ ਅਸੀਂ ਟੇਬਲ ਦੇ ਕਿਸੇ ਸੈੱਲ ਨੂੰ ਦੋ ਜਾਂ ਦੋ ਤੋਂ ਵੱਧ ਸੈੱਲਾਂ ਵਿੱਚ ਵੰਡ ਸਕਦੇ ਹੋ। ਜਿਵੇਂ ਕਿ ਤੁਸੀਂ ਸੱਜੇ ਪਾਸੇ ਚਿੱਤਰ ਵੀ ਦੇਖ ਪਾ ਰਹੇ ਹੋ। MS ਵਰਡ ਵਿੱਚ ਇਸ ਆਪਸ਼ਨ ਨਾਲ ਅਸੀਂ ਇੱਕ ਸੈੱਲ ਨੂੰ ਕਈ ਰੋ ਜਾਂ ਕਾਲਮਾਂ ਵਿੱਚ ਵੰਡ ਸਕਦੇ ਹਾਂ। ਅੱਗੇ ਤੀਸਰਾ ਪ੍ਰਸ਼ਨ ਹੈ ਕੋਈ ਇੱਕ ਤਰੀਕਾ ਦੱਸੋ ਜਿਸ ਦੁਆਰਾ ਕਾਲਮ ਦੀ ਚੌੜਾਈ ਬਦਲ ਸਕਦੇ ਹਾਂ। ਕਾਲਮ ਦੀ ਚੌੜਾਈ ਬਦਲਣ ਦੇ ਸਾਡੇ ਕੋਲ ਕਈ ਤਰੀਕੇ ਹਨ। ਮਾਊਸ ਦੀ ਸਹਾਇਤਾ ਨਾਲ ਕਾਲਮ ਦੀ ਚੌੜਾਈ ਆਸਾਨੀ ਨਾਲ ਬਦਲੀ ਜਾ ਸਕਦੀ ਹੈ। ਕਾਲਮ ਦੀ ਚੌੜਾਈ ਬਦਲਣ ਦੇ ਲਈ ਮਾਊਸ ਪੁਆਇੰਟਰ ਨੂੰ ਐਕਸਲ ਦੀ ਵਰਕਸ਼ੀਟ ਦੇ ਵਿੱਚ ਕਾਲਮ ਦੇ ਜਿਸ ਕਾਲਮ ਦੀ ਤੁਸੀਂ ਚੌੜਾਈ ਬਦਲਣਾ ਚਾਹੁੰਦੇ ਹੋ ਉਸ ਕਾਲਮ ਦੇ ਬਾਰਡਰ ਤੇ ਲੈ ਕੇ ਜਾਓ ਅਤੇ ਮਾਊਸ ਤੋਂ ਉਸ ਨੂੰ ਕਲਿੱਕ ਅਤੇ ਡਰੈਗ ਜਾਂ ਘਸੀਟਦੇ ਹੋਏ ਬਾਰਡਰ ਨੂੰ ਲੋੜੀਂਦੀ ਚੌੜਾਈ ਤੱਕ ਖਿੱਚੋ। ਇਸ ਤਰ੍ਹਾਂ ਮਾਊਸ ਦੀ ਮਦਦ ਨਾਲ ਕਾਲਮ ਦੀ ਚੌੜਾਈ ਬਦਲ ਸਕਦੇ ਹਾਂ। ਚੌਥਾ ਪ੍ਰਸ਼ਨ ਹੈ ਮਰਜ ਸੈੱਲ ਆਪਸ਼ਨ ਦੀ ਵਰਤੋਂ ਦੱਸੋ। ਸੋ ਮਰਜ ਦਾ ਮਤਲਬ ਹੁੰਦਾ ਹੈ ਜੋੜਨਾ ਜਾਂ ਇਕੱਠਾ ਕਰਨਾ। ਮਰਜ ਸੈੱਲ ਆਪਸ਼ਨ ਦੀ ਵਰਤੋਂ ਨਾਲ ਅਸੀਂ ਦੋ ਜਾਂ ਦੋ ਤੋਂ ਵੱਧ ਸੈੱਲਾਂ ਨੂੰ ਮਰਜ ਕਰਕੇ ਉਸ ਦਾ ਇੱਕ ਸੈੱਲ ਬਣਾ ਸਕਦੇ ਹਾਂ। ਜਿਵੇਂ ਕਿ ਤੁਸੀਂ ਸੱਜੇ ਚਿੱਤਰ ਵਿੱਚ ਦੇਖ ਪਾ ਰਹੇ ਹੋ। MS ਵਰਡ ਵਿੱਚ ਇਸ ਆਪਸ਼ਨ ਦੀ ਵਰਤੋਂ ਨਾਲ ਅਸੀਂ ਕਈ ਰੋ ਜਾਂ ਕਾਲਮਾਂ ਨੂੰ ਇੱਕ ਸੈੱਲ ਵਿੱਚ ਮਰਜ ਕਰ ਸਕਦੇ ਹਾਂ। ਇਹ ਆਪਸ਼ਨ ਟੇਬਲ ਦੇ ਲੇਆਊਟ ਟੈਬ ਵਿੱਚ ਮੌਜੂਦ ਹੁੰਦੀ ਹੈ। ਅੱਗੇ ਹੁਣ ਸਾਡੇ ਕੋਲ ਅਗਲਾ ਪ੍ਰਸ਼ਨ ਹੈ ਡਾਟਾ ਸੋਰਸ ਕੀ ਹੈ। ਮੇਲ ਮਰਜ MS ਵਰਡ ਵਿੱਚ ਵਰਤੀ ਜਾਣ ਵਾਲੀ ਇੱਕ ਮਹੱਤਵਪੂਰਨ ਆਪਸ਼ਨ ਜਾਂ ਵਿਸ਼ੇਸ਼ਤਾ ਹੈ। ਡਾਟਾ ਸੋਰਸ ਵਿੱਚ ਵੱਖ-ਵੱਖ ਪਤਿਆਂ ਦੀ ਇੱਕ ਲਿਸਟ ਹੁੰਦੀ ਹੈ। ਇਸ ਲਿਸਟ ਦੀ ਵਰਤੋਂ ਮੇਲ ਮਰਜ ਦੀ ਵਰਤੋਂ ਕਰਦੇ ਹੋਏ ਵੱਖ-ਵੱਖ ਪਤਿਆਂ ਲਈ ਚਿੱਠੀਆਂ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਡਾਟਾ ਸੋਰਸ ਅਤੇ ਮੁੱਖ ਡਾਕੂਮੈਂਟ ਨੂੰ ਇਕੱਠਾ ਕਰਕੇ ਮਰਜ ਡਾਕੂਮੈਂਟ ਤਿਆਰ ਕੀਤਾ ਜਾਂਦਾ ਹੈ। ਅੱਗੇ ਸਾਡੇ ਕੋਲ 6ਵਾਂ ਪ੍ਰਸ਼ਨ ਹੈ ਮੁੱਖ ਡਾਕੂਮੈਂਟ ਕੀ ਹੁੰਦਾ ਹੈ। ਮੇਲ ਮਰਜ MS ਵਰਡ ਵਿੱਚ ਵਰਤੀ ਜਾਣ ਵਾਲੀ ਇੱਕ ਮਹੱਤਵਪੂਰਨ ਆਪਸ਼ਨ ਹੈ। ਮੁੱਖ ਡਾਕੂਮੈਂਟ ਉਹ ਦਸਤਾਵੇਜ਼ ਹੁੰਦਾ ਹੈ ਜਿਸ ਵਿੱਚ ਵੱਖ-ਵੱਖ ਪਤਿਆਂ ਪਰ ਭੇਜੀ ਜਾਣ ਵਾਲੀ ਸਾਂਝੀ ਸੂਚਨਾ ਹੁੰਦੀ ਹੈ।
ਡਾਟਾ ਸੋਰਸ ਅਤੇ ਮੁੱਖ ਡਾਕੂਮੈਂਟ ਨੂੰ ਇਕੱਠਾ ਕਰਕੇ ਮਰਜ ਡਾਕੂਮੈਂਟ ਤਿਆਰ ਕੀਤਾ ਜਾਂਦਾ ਹੈ। ਹੁਣ ਅੱਗੇ ਸਾਡੇ ਕੋਲ ਪਾਰਟ ਦੂਸਰੇ ਦੇ ਖਾਲੀ ਥਾਵਾਂ ਨੂੰ ਤੁਸੀਂ ਪੜਾਂਗੇ। ਇੰਟਰਨੈਸ਼ਨਲ ਨੈਟਵਰਕ ਆਫ ਕੰਪਿਊਟਰ ਨੂੰ ਡੈਸ਼ ਕਿਹਾ ਜਾਂਦਾ ਹੈ। ਸਾਡੇ ਕੋਲ ਇਸਦੇ ਆਪਸ਼ਨ ਨੇ ARPANET, ਇੰਟਰਨੈਟ, ਇੰਟਰਾਨੈਟ ਜਾਂ ਈਥਰਨੈਟ। ਸਾਡੇ ਕੋਲ ਇਸਦਾ ਸਹੀ ਆਨਸਰ ਹੈ ਇੰਟਰਨੈਸ਼ਨਲ ਨੈਟਵਰਕ ਆਫ ਕੰਪਿਊਟਰ ਨੂੰ ਇੰਟਰਨੈਟ ਕਿਹਾ ਜਾਂਦਾ ਹੈ। दूसरी साढ़े को खाली थां है www का मतलब डैश है, तो साढ़े को ऑप्शन है वर्ल्ड वाइड वेब, दूसरा है वर्ल्ड वेब वाइड, तीसरा है वेब वर्ल्ड वाइड, चौथा है वाइड वेब वर्ल्ड। तो साढ़े को इसका सही आंसर है वर्ल्ड वाइड वेब। तीसरी खाली थां है डैश द्वारा ऑनलाइन इंटरनेट से गलबात की जाती है। कैलकुलस के ऑप्शन है ई-कॉमर्स, चैटिंग, ईमेल या वर्ल्ड वाइड वैब। साढ़े को चैटिंग वो जरिया है जिस दे राही असी ऑनलाइन इंटरनेट से गलबात कर सकते हैं। अगे साढ़े को चौथी की खाली थां है डैश मेल भेजने का सब तो तेज तरीका है। साढ़े को इसके ऑप्शन है टैलीग्राम, व्हाट्सएप, ISP या ईमेल। तो ईमेल मेल भेजने का सब तो तेज जिहड़ा तरीका है। अगली साढ़े को खाली थां है डैश एक यंत्र है जो कंप्यूटर और टैलीफोन लाइन नाल जोड़ता है। साढ़े को इसके ऑप्शन है मॉडम, माउस, टैलीफोन या मोबाइल। तो साढ़े को मॉडम एक यंत्र है जो कंप्यूटर और टैलीफोन लाइन के नाल जोड़ता है। अगे हम साढ़े को सही गलत आ गई। वैब पेज वैबसाइटा के समूह को कहते हैं, गलत। इंटरनेट एक्सप्लोरर ISP के नाम नूं कहा जाता है, गलत। फेसबुक एक प्रसिद्ध सोशल नैटवर्किंग साइट है, सही। इंटरनेट कंप्यूटर नेटवर्क द्वारा संचार करते हैं, सही। वैबसाइट एक सॉफ्टवेयर है जो वैब तो सूचना देखने लिए वरत्या जाता है, गलत। अगे असीं इस दे प्रश्न तो पढ़ लेने। इंटरनेट की है? इंटरनेट नूं इंटरनैशनल नैटवर्क ऑफ कंप्यूटर भी कहा जाता है, इसनूं नैटवर्क ऑफ नेटवर्क भी कहा जाता है। ये सारे संसार विच फैले ਲੱਖਾਂ ਕਰੋੜਾਂ ਕੰਪਿਊਟਰਾਂ ਤੋਂ ਬਣਿਆ ਹੈ। ਇੰਟਰਨੈਟ ਕੰਪਿਊਟਰ ਨੈਟਵਰਕ ਦੁਆਰਾ ਸੰਚਾਰ ਕਰਦੇ ਹਨ। ਭਾਰਤ ਵਿੱਚ ਇੰਟਰਨੈਟ ਸੇਵਾਵਾਂ 15 ਅਗਸਤ 1995 ਵਿੱਚ BSNL ਨਾਂ ਦੀ ਇੱਕ ਸਰਕਾਰੀ ਕੰਪਨੀ ਦੁਆਰਾ ਸ਼ੁਰੂ ਕੀਤੀਆਂ ਗਈਆਂ ਸਨ। ਹੁਣ ਅੱਗੇ ਸਾਡੇ ਕੋਲ ਦੂਸਰਾ ਪ੍ਰਸ਼ਨ ਹੈ ਇੰਟਰਨੈਟ ਸਰਵਿਸ ਪ੍ਰੋਵਾਈਡਰ ਦੀ ਉਦਾਹਰਨ ਦਿਓ। ਇੰਟਰਨੈਟ ਸਰਵਿਸ ਪ੍ਰੋਵਾਈਡਰ ਨੂੰ ਅਸੀਂ ISP ਸ਼ਾਰਟ ਵਿੱਚ ਵੀ ਕਹਿੰਦੇ ਹਾਂ। ਇਹ ਉਹ ਕੰਪਨੀਆਂ ਹੁੰਦੀਆਂ ਹਨ ਜੋ ਸਾਨੂੰ ਇੰਟਰਨੈਟ ਵਰਤਣ ਦੀ ਸੁਵਿਧਾ ਮੁਹੱਈਆ ਕਰਵਾਉਂਦੀਆਂ ਹਨ। ਇੰਟਰਨੈਟ ਸਰਵਿਸ ਪ੍ਰੋਵਾਈਡਰ ਦੀਆਂ ਉਦਾਹਰਨਾਂ ਹੇਠ ਲਿਖੇ ਹਨ। ਪਹਿਲਾ ਹੈ BSNL, ਦੂਸਰਾ ਏਅਰਟੈਲ, ਤੀਸਰਾ Jio ਤੇ ਚੌਥਾ ਸਾਡੇ ਕੋਲ ਹੈ ਆਈਡੀਆ। ਤੇ ਇਹ ਸਾਰੀਆਂ ਜਿਹੜੀਆਂ ਕੰਪਨੀਆਂ ਆ ਇਹ ਸਾਨੂੰ ਇੰਟਰਨੈਟ ਵਰਤਣ ਦੀ ਸੁਵਿਧਾ ਮੁਹੱਈਆ ਕਰਵਾਉਂਦੀਆਂ ਹਨ। ਤੀਸਰਾ ਪ੍ਰਸ਼ਨ ਸਾਡੇ ਕੋਲ ई-ਕਮਰਸ ਤੋਂ ਤੁਸੀਂ ਕੀ ਸਮਝਦੇ ਹੋ? ई-ਕਮਰਸ ਦਾ ਪੂਰਾ ਨਾਮ ਇਲੈਕਟ੍ਰੋਨਿਕ ਕਮਰਸ ਹੈ। ਇੰਟਰਨੈਟ ਦੀ ਵਰਤੋਂ ਕਰਦੇ ਹੋਏ ਵਪਾਰ ਕਰਨ ਨੂੰ ਜਾਂ ਬਿਜ਼ਨਸ ਕਰਨ ਨੂੰ ई-ਕਮਰਸ ਕਿਹਾ ਜਾਂਦਾ ਹੈ। ई-ਕਮਰਸ ਦੀ ਮਦਦ ਨਾਲ ਅਸੀਂ ਕਿਸੇ ਵੀ ਸਮੇਂ ਘਰ ਬੈਠੇ ਕੋਈ ਵੀ ਚੀਜ਼ ਖਰੀਦ ਸਕਦੇ ਹਾਂ। ਐਮਾਜ਼ੋਨ, ਫਲਿੱਪਕਾਰਟ, ਸਨੈਪਡੀਲ ਆਦਿ ਕੁਝ ਮਸ਼ਹੂਰ ई-ਕਮਰਸ ਵੈਬਸਾਈਟਾਂ ਦੀਆਂ ਉਦਾਹਰਨਾਂ ਹਨ। ਅੱਗੇ ਹੁਣ ਸਾਡੇ ਕੋਲ ਚੌਥਾ ਪ੍ਰਸ਼ਨ ਹੈ www ਕੀ ਹੈ ਦੱਸੋ। ਤਾਂ www ਦਾ ਨਾਮ ਹੈ ਵਰਲਡ ਵਾਈਡ ਵੈਬ। ਇਸ ਨੂੰ ਵੈਬ ਜਾਂ W3 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਵੈਬ ਸਰਵਰਾਂ ਦਾ ਇੱਕ ਸਮੂਹ ਹੁੰਦਾ ਹੈ ਜਿਸ ਵਿੱਚ ਸੂਚਨਾ ਨੂੰ ਵੈਬ ਪੇਜਾਂ ਵਿੱਚ ਸਟੋਰ ਕੀਤੀ ਜਾਂਦੀ ਹੈ। ਹਰੇਕ ਵੈਬ ਪੇਜ ਦਾ ਇੱਕ ਐਡਰੈਸ ਹੁੰਦਾ ਹੈ ਜਿਸ ਨੂੰ URL ਕਿਹਾ ਜਾਂਦਾ ਹੈ। ਵੈਬ ਪੇਜਾਂ ਨੂੰ ਦੇਖਣ ਲਈ ਵੈਬ ਬਰਾਊਜ਼ਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਫਾਇਰਫੌਕਸ, ਗੂਗਲ ਕ੍ਰੋਮ ਆਦਿ ਵੈਬ ਬਰਾਊਜ਼ਰ ਹਨ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ ਇੰਟਰਨੈਟ ਕਨੈਕਸ਼ਨ ਦੀਆਂ ਕਿਸਮਾਂ ਦੱਸੋ। ਇੰਟਰਨੈਟ ਕਨੈਕਸ਼ਨ ਦੀਆਂ ਸਾਡੇ ਕੋਲ ਕਈ ਕਿਸਮਾਂ ਨੇ। ਕੁਝ ਆਮ ਵਰਤੇ ਜਾਣ ਵਾਲੇ ਇੰਟਰਨੈਟ ਕਨੈਕਸ਼ਨ ਹੈ ਉਹ ਸਾਡੇ ਕੋਲ ਪਹਿਲਾ ਹੈ ਡਾਇਲ ਅਪ, ਦੂਸਰਾ ਬ੍ਰੌਡਬੈਂਡ, ਤੀਸਰਾ ਵਾਇਰਲੈਸ, ਚੌਥਾ ਸਾਡੇ ਕੋਲ DSL। ਉਸ ਤੋਂ ਬਾਅਦ ਛੇਵਾਂ ਪ੍ਰਸ਼ਨ ਹੈ ਈਮੇਲ ਬਾਰੇ ਦੱਸੋ। ਈਮੇਲ ਦਾ ਪੂਰਾ ਨਾਮ ਇਲੈਕਟ੍ਰੋਨਿਕ ਮੇਲ ਹੈ। ਇਹ ਮੇਲ ਭੇਜਣ ਦਾ ਸਭ ਤੋਂ ਤੇਜ਼ ਤਰੀਕਾ ਹੈ। ਇਸ ਦੀ ਵਰਤੋਂ ਨਾਲ ਅਸੀਂ ਦੁਨੀਆ ਵਿੱਚ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਸਮੇਂ ਸੰਦੇਸ਼ ਭੇਜ ਜਾਂ ਪ੍ਰਾਪਤ ਕਰ ਸਕਦੇ ਹਾਂ। ਈਮੇਲ ਰਾਹੀਂ ਟੈਕਸਟ, ਤਸਵੀਰ ਜਾਂ ਕਿਸੇ ਵੀ ਕਿਸਮ ਦੀ ਫਾਈਲ ਭੇਜੀ ਜਾਂ ਪ੍ਰਾਪਤ ਕੀਤੀ ਜਾ ਸਕਦੀ ਹੈ। ਈਮੇਲ ਭੇਜਣ ਅਤੇ ਪ੍ਰਾਪਤ ਕਰਨ ਲਈ ਈਮੇਲ ਐਡਰੈਸ ਦੀ ਜ਼ਰੂਰਤ ਪੈਂਦੀ ਹੈ। Gmail ਅਤੇ Yahoo ਈਮੇਲ ਸੇਵਾਵਾਂ ਮੁਹੱਈਆ ਕਰਾਉਣ ਵਾਲੀਆਂ ਵੈਬਸਾਈਟਾਂ ਹਨ। ਅੱਗੇ ਸੱਤਵਾਂ ਪ੍ਰਸ਼ਨ ਹੈ ਵੈਬ ਸਰਚਿੰਗ ਕੀ ਹੈ। ਸਰਚਿੰਗ ਦਾ ਅਰਥ ਹੈ ਕੁਝ ਲੱਭਣਾ। ਇੰਟਰਨੈਟ ਤੇ ਅਣਗਿਣਤ ਵੈਬਸਾਈਟਾਂ ਅਤੇ ਵੈਬ ਪੇਜਾਂ ਵਿੱਚ ਵੱਖ-ਵੱਖ ਕਿਸਮਾਂ ਦੀ ਸੂਚਨਾ ਉਪਲਬਧ ਹੈ। ਵੈਬ ਪੇਜਾਂ ਤੇ ਕੋਈ ਵੀ ਸੂਚਨਾ ਲੱਭਣਾ
ਵੈਬ ਸਰਚਿੰਗ ਕਹਾਉਂਦਾ ਹੈ। ਵੈਬ ਪੇਜਾਂ ਤੇ ਸੂਚਨਾ ਨੂੰ ਲੱਭਣ ਲਈ ਸਰਚ ਇੰਜਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸਰਚ ਇੰਜਨ ਇੱਕੋ ਜਿਹੇ ਵੈਬ ਪੇਜਾਂ ਨੂੰ ਲੱਭ ਕੇ ਇੱਕੋ ਥਾਂ ਤੇ ਇਕੱਤਰ ਕਰਦੇ ਹਨ। ਗੂਗਲ ਸਰਚ ਇੰਜਨ ਸਭ ਤੋਂ ਵੱਧ ਵਰਤੇ ਜਾਣ ਵਾਲਾ ਸਰਚ ਇੰਜਨ ਹੈ। 8ਵਾਂ ਪ੍ਰਸ਼ਨ ਹੈ, ਇੰਟਰਨੈਟ ਲਈ ਕਿਹੜੇ-ਕਿਹੜੇ ਹਾਰਡਵੇਅਰ ਜ਼ਰੂਰੀ ਹਨ। ਤਾਂ ਇੰਟਰਨੈਟ ਲਈ ਜਿਹੜੇ ਜ਼ਰੂਰੀ ਹਾਰਡਵੇਅਰ ਹੈ, ਜਿਸ ਵਿੱਚ ਪਹਿਲਾਂ ਸਾਡੇ ਕੋਲ ਹਾਰਡਵੇਅਰ ਹੈ, ਇੱਕ ਪਰਸਨਲ ਕੰਪਿਊਟਰ ਹੋਣਾ ਚਾਹੀਦਾ ਹੈ, 128 MB ਇਸ ਤੋਂ ਵੱਧ ਦੀ ਰੈਮ ਹੋਣੀ ਚਾਹੀਦੀ ਹੈ, ਟੈਲੀਫੋਨ ਲਾਈਨ ਕਨੈਕਸ਼ਨ ਜਾਂ ਇੰਟਰਨੈਟ ਕਨੈਕਸ਼ਨ ਹੋਣਾ ਚਾਹੀਦਾ ਹੈ, ਤੇ ਚੌਥਾ ਸਾਡੇ ਕੋਲ ਹੈ ਲਾਸਟ ਮੋਡਮ। ਉਸ ਤੋਂ ਬਾਅਦ ਪਾਰਟ ਨੰਬਰ 3 ਦੀ ਖਾਲੀ ਥਾਵਾਂ। ਡੈਸ਼ ਦਾ ਮਤਲਬ ਹੈ ਕੰਪਿਊਟਰ ਇੰਟਰਨੈਟ ਤੋਂ ਡਾਟਾ ਪ੍ਰਾਪਤ ਕਰ ਰਿਹਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ਅਪਲੋਡਿੰਗ, ਡਾਊਨਲੋਡਿੰਗ, ਸਰਫਿੰਗ ਜਾਂ ਸਰਚਿੰਗ। ਸਾਡੇ ਕੋਲ ਇਸਦਾ ਸਹੀ ਆਨਸਰ ਹੈ ਡਾਊਨਲੋਡਿੰਗ ਦਾ ਮਤਲਬ ਹੈ ਕੰਪਿਊਟਰ ਇੰਟਰਨੈਟ ਤੋਂ ਡਾਟਾ ਪ੍ਰਾਪਤ ਕਰ ਰਿਹਾ ਹੈ। ਅੱਗੇ ਸਾਡੇ ਕੋਲ ਦੂਸਰੀ ਖਾਲੀ ਥਾਂ ਆ ਗਈ। ਵੈਬਸਾਈਟ ਦਾ ਜਿਹੜਾ ਪਹਿਲਾ ਪੇਜ ਖੁੱਲਦਾ ਹੈ ਉਸ ਨੂੰ ਡੈਸ਼ ਕਿਹਾ ਜਾਂਦਾ ਹੈ। ਤਾਂ ਸਾਡੇ ਕੋਲ ਜੋ ਆਪਸ਼ਨ ਹੈ ਹੋਮ ਪੇਜ, ਵੈਬ ਪੇਜ, ਮੇਨ ਪੇਜ ਜਾਂ ਫਰੰਟ ਪੇਜ। ਸਾਡੇ ਕੋਲ ਦਾ ਸਹੀ ਆਨਸਰ ਹੈ ਵੈਬ ਪੇਜ, ਹੋਮ ਪੇਜ। ਹੋਮ ਪੇਜ ਵੈਬਸਾਈਟ ਦਾ ਪਹਿਲਾ ਪੇਜ ਹੁੰਦਾ ਹੈ ਜਿਸ ਨੂੰ ਅਸੀਂ ਹੋਮ ਪੇਜ ਆਖਦੇ ਹਾਂ। ਤੀਸਰਾ ਹੈ ਡੈਸ਼ ਦਾ ਮਤਲਬ ਹੈ ਇੰਟਰਨੈਟ ਨਾਲ ਜੁੜੇ ਹੋਣ। ਸਾਡੇ ਕੋਲ ਜੋ ਆਪਸ਼ਨ ਹੈ ਆਫਲਾਈਨ, ਆਨਲਾਈਨ, ਇਨਲਾਈਨ ਜਾਂ ਈਮੇਲ। ਸਾਡੇ ਕੋਲ ਸਹੀ ਆਨਸਰ ਹੈ ਆਨਲਾਈਨ ਦਾ ਮਤਲਬ ਹੈ ਇੰਟਰਨੈਟ ਨਾਲ ਜੁੜੇ ਹੋਣਾ। ਅੱਗੇ ਸਾਡੇ ਕੋਲ ਚੌਥੀ ਖਾਲੀ ਥਾਂ ਆ ਗਈ। ਡੈਸ਼ ਦਾ ਮਤਲਬ ਹੈ ਕਿ ਇੱਕ ਵੈਬਸਾਈਟ ਤੋਂ ਦੂਜੇ ਵੈਬਸਾਈਟ ਤੇ ਜਾਣਾ। ਸਾਡੇ ਕੋਲ ਇਸਦੇ ਆਪਸ਼ਨ ਹੈ ਸਰਫਿੰਗ, ਸਰਚਿੰਗ, ਡਾਊਨਲੋਡਿੰਗ ਜਾਂ ਉਪਰੋਕਤ ਸਾਰੇ। ਸਾਡੇ ਕੋਲ ਦਾ ਸਹੀ ਆਨਸਰ ਹੈ ਸਰਫਿੰਗ ਦਾ ਮਤਲਬ ਹੈ ਇੱਕ ਵੈਬਸਾਈਟ ਤੋਂ ਦੂਜੇ ਵੈਬਸਾਈਟ ਤੇ ਜਾਣਾ। ਅੱਗੇ ਸਾਡੇ ਕੋਲ ਪੰਜਵੀਂ ਖਾਲੀ ਥਾਂ ਹੈ। ਡੈਸ਼ ਇੱਕ ਤਰ੍ਹਾਂ ਦੀ ਇਲੈਕਟ੍ਰੋਨਿਕ ਕਮਰਸ ਹੈ ਜੋ ਉਪਭੋਗਤਾ ਨੂੰ ਸਿੱਧਾ ਹੀ ਇੰਟਰਨੈਟ ਤੋਂ ਚੀਜ਼ਾਂ ਦੀ ਖਰੀਦਦਾਰੀ ਕਰਨ ਦੀ ਆਗਿਆ ਦਿੰਦੀ ਹੈ। ਸਾਡੇ ਕੋਲ ਦੇ ਆਪਸ਼ਨ ਹੈ ਈ-ਕਮਰਸ, ਈਮੇਲ, ਈ-ਗਵਰਨੈਂਸ ਜਾਂ ਮੋਡਮ। ਸਾਡੇ ਕੋਲ ਸਹੀ ਆਨਸਰ ਹੈ ਈ-ਕਮਰਸ ਇੱਕ ਤਰ੍ਹਾਂ ਦੀ ਇਲੈਕਟ੍ਰੋਨਿਕ ਕਮਰਸ ਹੈ ਜੋ ਉਪਭੋਗਤਾ ਨੂੰ ਸਿੱਧਾ ਹੀ ਇੰਟਰਨੈਟ ਤੋਂ ਚੀਜ਼ਾਂ ਦੀ ਖਰੀਦਦਾਰੀ ਕਰਨ ਦੀ ਆਗਿਆ ਦਿੰਦੀ ਹੈ। ਅੱਗੇ ਸਾਡੇ ਕੋਲ ਸਹੀ ਗਲਤ ਆ ਗਏ। ਕਿਸੇ ਵੀ ਬੋਰਡ ਜਾਂ ਯੂਨੀਵਰਸਿਟੀ ਦਾ ਰਿਜ਼ਲਟ ਆਨਲਾਈਨ ਵੇਖਿਆ ਜਾ ਸਕਦਾ ਹੈ। ਸਹੀ। ਅਸੀਂ ਜੇਕਰ ਆਫਲਾਈਨ ਹਾਂ ਤਾਂ ਵੈਬ ਸਰਫਿੰਗ ਕਰ ਸਕਦੇ ਹਾਂ। ਗਲਤ। ਵੈਬਸਾਈਟ ਵਿੱਚ ਇੱਕ ਹੀ ਵੈਬ ਪੇਜ ਹੁੰਦਾ ਹੈ। ਗਲਤ। ਵੈਬ ਸਰਚ ਨਾਲ ਅਸੀਂ ਆਪਣੇ ਵੈਬ ਪੇਜਾਂ ਨੂੰ ਦੇਖ ਸਕਦੇ ਹਾਂ। ਸਹੀ। ਹਰ ਵੈਬ ਪੇਜ ਦਾ ਆਪਣਾ ਵੈਬਸਾਈਟ ਐਡਰੈਸ ਹੁੰਦਾ ਹੈ। ਸਹੀ। ਅੱਗੇ ਸਾਡੇ ਕੋਲ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਆ ਗਏ। ਇਨਫੋਰਮੇਸ਼ਨ ਟੈਕਨੋਲੋਜੀ ਕੀ ਹੈ? ਇਨਫੋਰਮੇਸ਼ਨ ਟੈਕਨੋਲੋਜੀ ਕੰਪਿਊਟਰ ਹਾਰਡਵੇਅਰ ਅਤੇ ਸੌਫਟਵੇਅਰ ਨਾਲ ਸੰਬੰਧਿਤ ਹੈ। ਇਨਫੋਰਮੇਸ਼ਨ ਟੈਕਨੋਲੋਜੀ ਦੀ ਵਰਤੋਂ ਡਾਟਾ ਪ੍ਰੋਸੈਸ ਕਰਨ, ਸਟੋਰ ਕਰਨ ਅਤੇ ਸੂਚਨਾਵਾਂ ਦੀ ਅਦਲਾ ਬਦਲੀ ਕਰਨ ਲਈ ਕੀਤੀ ਜਾਂਦੀ ਹੈ। ਇਨਫੋਰਮੇਸ਼ਨ ਟੈਕਨੋਲੋਜੀ ਵਿੱਚ ਵੱਖ-ਵੱਖ ਪ੍ਰਕਾਰ ਦੇ ਖੇਤਰਾਂ ਜਿਵੇਂ ਕਿ ਵਪਾਰਕ ਡਾਟਾ, ਆਵਾਜ਼ਾਂ, ਵਾਰਤਾਲਾਪਾਂ, ਫੋਟੋ, ਗਤੀਮਾਨ ਤਸਵੀਰਾਂ, ਮਲਟੀਮੀਡੀਆ ਪ੍ਰੈਜੈਂਟੇਸ਼ਨ ਬਾਰੇ ਜਾਣਕਾਰੀ ਨੂੰ ਤਿਆਰ ਕਰਨ, ਸਾਂਭਣ, ਬਦਲਣ ਅਤੇ ਵਰਤਣ ਵਾਲੀ ਸਾਰੀ ਟੈਕਨੋਲੋਜੀ ਸ਼ਾਮਲ ਹੁੰਦੀ ਹੈ। ਅੱਗੇ ਸਾਡੇ ਕੋਲ ਦੂਸਰਾ ਪ੍ਰਸ਼ਨ ਹੈ ਵੈਬਸਾਈਟ ਕੀ ਹੈ? ਵੈਬਸਾਈਟ ਵੈਬ ਪੇਜਾਂ ਦੇ ਸਮੂਹ ਨੂੰ ਕਹਿੰਦੇ ਹਨ। ਇੱਕ ਵੈਬਸਾਈਟ ਵਿੱਚ ਬਹੁਤ ਸਾਰੇ ਵੈਬ ਪੇਜ ਹੁੰਦੇ ਹਨ ਅਤੇ ਹਰ ਇੱਕ ਵੈਬ ਪੇਜ ਵਿੱਚ ਵੱਖ-ਵੱਖ ਤਰ੍ਹਾਂ ਦੀ ਜਿਹੜੀ ਜਾਣਕਾਰੀ ਹੈ ਉਹ ਹੁੰਦੀ ਹੈ। ਵੈਬਸਾਈਟ ਦੇ ਮੁੱਖ ਪੇਜ ਨੂੰ ਹੋਮ ਪੇਜ ਕਿਹਾ ਜਾਂਦਾ ਹੈ ਜਿਸ ਵਿੱਚ ਕਈ ਲਿੰਕ ਦਿੱਤੇ ਗਏ ਹੁੰਦੇ ਹਨ। ਉਹਨਾਂ ਉੱਪਰ ਅਸੀਂ ਕਲਿੱਕ ਕਰਕੇ ਵੈਬ ਪੇਜਾਂ ਨੂੰ ਖੋਲ੍ਹ ਸਕਦੇ ਹਾਂ। ਹਰ ਵੈਬਸਾਈਟ ਦਾ ਆਪਣਾ ਇੱਕ ਵਿਲੱਖਣ ਐਡਰੈਸ ਹੁੰਦਾ ਹੈ ਜਿਸ ਨੂੰ ਅਸੀਂ URL, ਜਿਸ ਦਾ ਪੂਰਾ ਨਾਮ ਹੈ ਯੂਨੀਵਰਸਲ ਰਿਸੋਰਸ ਲੋਕੇਟਰ ਕਿਹਾ ਜਾਂਦਾ ਹੈ। ਅਸੀਂ ਇਸ URL ਰਾਹੀਂ ਕਿਸੇ ਵੀ ਵੈਬਸਾਈਟ ਤੱਕ ਪਹੁੰਚ ਸਕਦੇ ਹਾਂ। ਅਗਲਾ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ ਮੋਬਾਈਲ ਟੈਕਨੋਲੋਜੀ ਦਾ ਕੀ ਅਰਥ ਹੈ? ਮੋਬਾਈਲ ਟੈਕਨੋਲੋਜੀ ਇਨਫੋਰਮੇਸ਼ਨ ਟੈਕਨੋਲੋਜੀ ਦਾ ਇੱਕ ਭਾਗ ਹੈ। ਇਸ ਨੇ ਸੰਚਾਰ ਦਾ ਚਿਹਰਾ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਇਸ ਦੀ ਵਰਤੋਂ ਨਾਲ ਸੰਸਾਰ ਦੇ ਦੂਰ ਦਰਾਡੇ ਵਾਲੇ ਇਲਾਕਿਆਂ ਵਿੱਚ ਸੰਚਾਰ ਕਰਨਾ ਆਸਾਨ ਹੋ ਗਿਆ ਹੈ। ਚੌਥਾ ਪ੍ਰਸ਼ਨ ਹੈ ਆਨਲਾਈਨ ਸ਼ਾਪਿੰਗ ਕੀ ਹੈ? ਆਨਲਾਈਨ ਸ਼ਾਪਿੰਗ ਇਲੈਕਟ੍ਰੋਨਿਕ ਵਪਾਰ ਦਾ ਇੱਕ ਸਾਧਨ ਹੈ ਜਿਸ ਰਾਹੀਂ ਉਪਭੋਗਤਾ ਇੰਟਰਨੈਟ ਦੀ ਵਰਤੋਂ ਕਰਦੇ ਹੋਏ ਚੀਜ਼ਾਂ ਦੀ ਖਰੀਦੋ ਫਰੋਖਤ ਕਰ ਸਕਦਾ ਹੈ। ਆਨਲਾਈਨ ਸ਼ਾਪਿੰਗ ਨਾਲ ਅਸੀਂ ਘਰ ਬੈਠੇ ਕੋਈ ਵੀ ਚੀਜ਼ ਆਸਾਨੀ ਨਾਲ ਕਿਸੇ ਵੀ ਸਮੇਂ ਖਰੀਦ ਸਕਦੇ ਹਾਂ। ਆਨਲਾਈਨ ਸ਼ਾਪਿੰਗ ਰਾਹੀਂ ਅਸੀਂ ਖਰੀਦਦਾਰੀ ਦਾ ਬਿੱਲ ਅਸੀਂ ਨੈਟ ਬੈਂਕਿੰਗ, ਕ੍ਰੈਡਿਟ ਕਾਰਡ, ਡੈਬਿਟ ਕਾਰਡ ਜਾਂ ਕੈਸ਼ ਔਨ ਡਿਲੀਵਰੀ ਰਾਹੀਂ ਵੀ ਅਦਾ ਕਰ ਸਕਦੇ ਹਾਂ। ਅਗਲਾ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ ਨੈਟ ਬੈਂਕਿੰਗ ਕੀ ਹੈ? ਨੈਟ ਬੈਂਕਿੰਗ ਨੂੰ ਅਸੀਂ ਆਨਲਾਈਨ ਬੈਂਕਿੰਗ ਵੀ ਕਹਿੰਦੇ ਹਾਂ। ਨੈਟ ਬੈਂਕਿੰਗ ਨੇ ਬੈਂਕਾਂ ਦੇ ਕੰਮ ਕਰਨ ਦਾ ਤਰੀਕਾ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ। ਨੈਟ ਬੈਂਕਿੰਗ ਨਾਲ ਅਸੀਂ ਇੰਟਰਨੈਟ ਦੀ ਵਰਤੋਂ ਕਰਦੇ ਹੋਏ ਬੈਂਕਾਂ ਨਾਲ ਸੰਬੰਧਿਤ ਕਈ ਕੰਮ ਘਰ ਬੈਠੇ ਹੀ ਕਰ ਸਕਦੇ ਹਾਂ। ਉਦਾਹਰਨ ਲਈ ਨੈਟਵਰਕਿੰਗ ਦੀ ਵਰਤੋਂ ਨਾਲ ਅਸੀਂ ਆਪਣੇ ਬੈਂਕ ਖਾਤੇ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ, ਪੈਸੇ ਟ੍ਰਾਂਸਫਰ ਕਰ ਸਕਦੇ ਹਾਂ, ਬਿੱਲ ਭਰ ਸਕਦੇ ਹਾਂ ਆਦਿ। ਛੇਵਾਂ ਪ੍ਰਸ਼ਨ ਹੈ ਡਾਊਨਲੋਡਿੰਗ ਨੂੰ ਤੁਸੀਂ ਕੀ ਸਮਝਦੇ ਹੋ?
ਡਾਊਨਲੋਡਿੰਗ ਦਾ ਅਰਥ ਹੈ ਕਿ ਅਸੀਂ ਆਪਣੇ ਕੰਪਿਊਟਰ ਜਾਂ ਮੋਬਾਈਲ ਤੋਂ ਇੰਟਰਨੈਟ ਦੀ ਵਰਤੋਂ ਕਰਦੇ ਹੋਏ ਡਾਟਾ ਪ੍ਰਾਪਤ ਕਰ ਰਹੇ ਹਾਂ। ਅਸੀਂ ਇੰਟਰਨੈਟ ਤੋਂ ਕਈ ਵੱਖ-ਵੱਖ ਕਿਸਮਾਂ ਦੀਆਂ ਫਾਈਲਾਂ ਜਿਵੇਂ ਕਿ ਆਡੀਓ, ਵੀਡੀਓ ਜਾਂ ਹੋਰ ਡਾਟੇ ਦੀਆਂ ਫਾਈਲਾਂ ਨੂੰ ਡਾਊਨਲੋਡ ਕਰਕੇ ਵਰਤ ਸਕਦੇ ਹਾਂ। ਜਿਵੇਂ ਕਿ ਤੁਸੀਂ ਚਿੱਤਰ ਦੇਖ ਪਾ ਰਹੇ ਹੋ, ਇੰਟਰਨੈਟ ਤੋਂ ਇੱਕ ਜਿਹੜੀ ਫਾਈਲ ਹੈ ਉਹ ਸਾਡੇ ਕੰਪਿਊਟਰ ਤੇ ਡਾਊਨਲੋਡ ਹੋ ਰਹੀ ਹੈ। 7ਵਾਂ ਪ੍ਰਸ਼ਨ ਹੈ ਵੈਬ ਸਰਫਿੰਗ ਕੀ ਹੁੰਦੀ ਹੈ। ਵੈਬ ਸਰਫਿੰਗ ਤੋਂ ਭਾਵ ਹੈ ਕਿਸੇ ਜਾਣਕਾਰੀ ਨੂੰ ਦੇਖਦੇ ਹੋਏ ਇੱਕ ਵੈਬਸਾਈਟ ਤੋਂ ਦੂਜੀ ਵੈਬਸਾਈਟ ਤੇ ਜਾਣਾ। ਇਸ ਦਾ ਇੱਕ ਹੋਰ ਅਰਥ ਹੈ ਇੰਟਰਨੈਟ ਉੱਤੇ ਸਮਾਂ ਬਿਤਾਉਣਾ। ਵੈਬ ਪੇਜਾਂ ਤੇ ਬਣੇ ਲਿੰਕਸ ਦੀ ਮਦਦ ਨਾਲ ਅਸੀਂ ਆਸਾਨੀ ਨਾਲ ਇੱਕ ਵੈਬ ਪੇਜ ਤੋਂ ਦੂਸਰੇ ਵੈਬ ਪੇਜ ਤੇ ਆ ਜਾ ਸਕਦੇ ਹਾਂ। ਅੱਗੇ ਹੁਣ ਸਾਡੇ ਕੋਲ ਚੌਥਾ ਪਾਰਟ ਆ ਗਿਆ। ਚੌਥੇ ਪਾਰਟ ਦੀਆਂ ਖਾਲੀ ਥਾਵਾਂ। ਪਹਿਲੀ ਸਾਡੇ ਕੋਲ ਡੈਸ਼ ਇੱਕ ਪ੍ਰੈਜੈਂਟੇਸ਼ਨ ਪ੍ਰੋਗਰਾਮ ਹੈ ਜਿਸ ਦੇ ਆਪਸ਼ਨ ਹੈ ਪਾਵਰ ਪੁਆਇੰਟ, ਐਕਸਲ, ਵਰਡ ਜਾਂ ਪੇਂਟ। ਸਾਡੇ ਕੋਲ ਇਸਦਾ ਸਹੀ ਆਨਸਰ ਹੈ ਪਾਵਰ ਪੁਆਇੰਟ ਇੱਕ ਪ੍ਰੈਜੈਂਟੇਸ਼ਨ ਪ੍ਰੋਗਰਾਮ ਹੈ। ਦੂਸਰੀ ਖਾਲੀ ਥਾਂ ਆ ਗਈ ਪਾਵਰ ਪੁਆਇੰਟ ਦੇ ਡੈਸ਼ ਵਿਊ ਹਨ। ਸਾਡੇ ਕੋਲ ਇਹਦਾ ਆਪਸ਼ਨ ਹੈ 3, 4, 5 ਜਾਂ 6। ਸਾਡੇ ਕੋਲ ਇਸਦਾ ਸਹੀ ਆਨਸਰ ਹੈ ਪਾਵਰ ਪੁਆਇੰਟ ਦੇ 5 ਵਿਊਜ਼ ਹੁੰਦੇ ਹਨ। ਤੀਸਰਾ ਪ੍ਰਸ਼ਨ ਹੈ ਡੈਸ਼ ਵਿਊ ਵਿੱਚ ਅਸੀਂ ਸਲਾਈਡ ਵਿਚਲੀ ਸਮੱਗਰੀ ਦੀ ਕਾਂਟ ਸ਼ਾਟ ਨਹੀਂ ਕਰ ਸਕਦੇ। ਸਾਡੇ ਕੋਲ ਇਸਦਾ ਸਹੀ ਜਿਹੜੇ ਆਪਸ਼ਨ ਹੈ ਸਲਾਈਡ ਸ਼ੋ, ਨਾਰਮਲ, ਸਲਾਈਡ ਸੌਰਟਰ ਜਾਂ ਕੋਈ ਵੀ ਨਹੀਂ। ਸਾਡੇ ਕੋਲ ਸਹੀ ਆਨਸਰ ਹੈ ਸਲਾਈਡ ਸੌਰਟਰ ਵਿਊ ਵਿੱਚ ਅਸੀਂ ਸਲਾਈਡ ਵਿਚਲੀ ਸਮੱਗਰੀ ਦੀ ਜਿਹੜੀ ਕਾਂਟ ਛਾਂਟ ਹੈ ਜਾਂ ਬਦਲਾਅ ਹੈ ਉਹ ਨਹੀਂ ਕਰ ਸਕਦੇ। ਅਗਰ ਚੌਥੀ ਸਾਡੇ ਕੋਲ ਖਾਲੀ ਥਾਂ ਹੈ ਪ੍ਰੈਜੈਂਟੇਸ਼ਨ ਨੂੰ ਡੈਸ਼ ਤਰੀਕਿਆਂ ਰਾਹੀਂ ਬਣਾਇਆ ਜਾ ਸਕਦਾ ਹੈ। ਸਾਡੇ ਕੋਲ ਇਹਦੇ ਆਪਸ਼ਨ ਹੈ 5, 6, 7 ਜਾਂ 8। ਸਾਡੇ ਕੋਲ ਸਹੀ ਆਨਸਰ ਹੈ ਪ੍ਰੈਜੈਂਟੇਸ਼ਨ ਨੂੰ ਅਸੀਂ 6 ਤਰੀਕਿਆਂ ਰਾਹੀਂ ਬਣਾ ਸਕਦੇ ਹਾਂ। ਅੱਗੇ ਸਾਡੇ ਕੋਲ ਪੰਜਵੀਂ ਖਾਲੀ ਥਾਂ ਹੈ ਸਮਾਰਟ ਆਰਟ ਦੀਆਂ ਡੈਸ਼ ਸ਼੍ਰੇਣੀਆਂ ਹੁੰਦੀਆਂ ਹਨ। ਸਾਡੇ ਕੋਲ ਇਹਦੇ ਆਪਸ਼ਨ ਹੈ 5, 6, 7 ਜਾਂ 8। ਸਾਡੇ ਕੋਲ ਸਹੀ ਆਪਸ਼ਨ ਹੈ ਆਨਸਰ ਹੈ ਸਮਾਰਟ ਆਰਟ ਦੀਆਂ ਸਾਡੇ ਕੋਲ ਕੁੱਲ 8 ਸ਼੍ਰੇਣੀਆਂ ਹੁੰਦੀਆਂ ਹਨ। ਅੱਗੇ ਸਾਡੇ ਕੋਲ ਸਹੀ ਗਲਤ ਆ ਗਏ। Ctrl+M ਕੀ ਦੀ ਵਰਤੋਂ ਕਰਕੇ ਅਸੀਂ ਆਪਣੀ ਪ੍ਰੈਜੈਂਟੇਸ਼ਨ ਵਿੱਚ ਨਵੀਆਂ ਸਲਾਈਡਾਂ ਦਾਖਲ ਕਰ ਸਕਦੇ ਹਾਂ। ਸਹੀ। ਵਰਡ ਆਰਟ ਪਹਿਲਾਂ ਤੋਂ ਹੀ ਬਣੇ ਹੋਏ ਰੰਗ, ਫੌਂਟ ਅਤੇ ਇਫੈਕਟ ਹੁੰਦੇ ਹਨ। ਸਹੀ। ਸਲਾਈਡ ਟੈਬ ਜਾਂ ਪੈਨ ਵਿੱਚ ਸਲਾਈਡ ਦਾ ਛੋਟਾ ਵਿਊ ਜਾਂ ਥੰਬਨੇਲ ਹੁੰਦਾ ਹੈ। ਗਲਤ। ਪ੍ਰੈਜੈਂਟੇਸ਼ਨ ਨੂੰ ਸੇਵ ਕਰਨ ਲਈ Ctrl+S ਦਬਾਓ। ਸਹੀ। ਪ੍ਰੈਜੈਂਟੇਸ਼ਨ ਕਈ ਸਲਾਈਡਾਂ ਨੂੰ ਮਿਲਾ ਕੇ ਬਣਦੀ ਹੈ। ਸਹੀ। ਅੱਗੇ ਹੁਣ ਅਸੀਂ ਇਸ ਦੇ ਪ੍ਰਸ਼ਨ ਤੋਂ ਪੜ੍ਹ ਲੈਂਦੇ ਹਾਂ। ਪਾਵਰ ਪੁਆਇੰਟ ਕੀ ਹੈ। ਪਾਵਰ ਪੁਆਇੰਟ ਮਾਈਕਰੋਸਾਫਟ ਆਫਿਸ ਪੈਕੇਜ ਦਾ ਇੱਕ ਭਾਗ ਹੈ ਜਿਸ ਨੂੰ ਮਾਈਕਰੋਸਾਫਟ ਕੰਪਨੀ ਵੱਲੋਂ ਬਣਾਇਆ ਗਿਆ ਹੈ। ਪਾਵਰ ਪੁਆਇੰਟ ਇੱਕ ਪ੍ਰੈਜੈਂਟੇਸ਼ਨ ਪ੍ਰੋਗਰਾਮ ਹੈ ਜਿਸ ਦੀ ਵਰਤੋਂ ਅਸੀਂ ਕੰਪਿਊਟਰ ਜਾਂ ਮੋਬਾਈਲ ਰਾਹੀਂ ਸਲਾਈਡ ਵਿੱਚ ਛੋਟੇ ਫੋਟੋ ਜਾਂ ਆਵਾਜ਼ ਰਾਹੀਂ ਸੂਚਨਾ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਪ੍ਰੈਜੈਂਟੇਸ਼ਨ ਤਿਆਰ ਕਰਨ ਲਈ ਕਰਦੇ ਹਾਂ। ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਨੂੰ PPT ਵੀ ਕਿਹਾ ਜਾਂਦਾ ਹੈ ਅਤੇ ਇਸ ਐਪਲੀਕੇਸ਼ਨ ਸੌਫਟਵੇਅਰ ਦੀ ਫਾਈਲ ਐਕਸਟੈਂਸ਼ਨ .pptx ਹੁੰਦੀ ਹੈ। ਅੱਗੇ ਹੁਣ ਸਾਡੇ ਕੋਲ ਆ ਗਿਆ ਦੂਜਾ ਪ੍ਰਸ਼ਨ। ਪ੍ਰੈਜੈਂਟੇਸ਼ਨ ਤੇ ਨੋਟ ਲਿਖੋ। 2 ਜਾਂ 2 ਤੋਂ ਜ਼ਿਆਦਾ ਸਲਾਈਡਾਂ ਦੇ ਇਕੱਠ ਨੂੰ ਪ੍ਰੈਜੈਂਟੇਸ਼ਨ ਕਿਹਾ ਜਾਂਦਾ ਹੈ। ਇੱਕ ਵਧੀਆ ਪ੍ਰੈਜੈਂਟੇਸ਼ਨ ਵਿੱਚ 10 ਤੋਂ 12 ਤੱਕ ਸਲਾਈਡਾਂ ਹੋ ਸਕਦੀਆਂ ਹਨ। ਅਸੀਂ ਆਪਣੀ ਸਲਾਈਡ ਨੂੰ ਐਨੀਮੇਸ਼ਨ, ਆਡੀਓ ਜਾਂ ਵੀਡੀਓ ਰਾਹੀਂ ਹੋਰ ਵੀ ਆਕਰਸ਼ਕ ਬਣਾ ਸਕਦੇ ਹਾਂ। ਪ੍ਰੈਜੈਂਟੇਸ਼ਨ ਬਣਾਉਣ ਲਈ ਪਾਵਰ ਪੁਆਇੰਟ ਸੌਫਟਵੇਅਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅੱਗੇ ਹੁਣ ਸਾਡੇ ਕੋਲ ਆ ਗਿਆ ਪ੍ਰਸ਼ਨ ਨੰਬਰ 3। ਪ੍ਰੈਜੈਂਟੇਸ਼ਨ ਤਿਆਰ ਕਰਨ ਦੇ ਅਲੱਗ-ਅਲੱਗ ਤਰੀਕਿਆਂ ਦੇ ਨਾਂ ਲਿਖੋ। ਸਾਡੇ ਕੋਲ ਇਸ ਦਾ ਪਹਿਲਾ ਹੈ ਬਲੈਂਕ ਪ੍ਰੈਜੈਂਟੇਸ਼ਨ, ਰੀਸੈਟ ਟੈਂਪਲੇਟ, ਸੈਂਪਲ ਟੈਂਪਲੇਟ, ਥੀਮ, ਸਮਾਈਲ ਟੈਂਪਲੇਟ ਤੇ ਲਾਸਟ ਸਾਡੇ ਕੋਲ ਨਿਊ ਫਰੋਮ ਐਗਜ਼ਿਸਟਿੰਗ। ਤਾਂ ਇਹਨਾਂ ਤਰੀਕਿਆਂ ਰਾਹੀਂ ਅਸੀਂ ਆਪਣੀ ਪ੍ਰੈਜੈਂਟੇਸ਼ਨ ਤਿਆਰ ਕਰ ਸਕਦੇ ਹਾਂ। ਚੌਥਾ ਪ੍ਰਸ਼ਨ ਹੈ ਐਨੀਮੇਸ਼ਨ ਕੀ ਹੈ। ਐਨੀਮੇਸ਼ਨ ਪਹਿਲਾਂ ਤੋਂ ਬਣੇ ਬਣਾਏ ਵਿਜ਼ੂਅਲ ਇਫੈਕਟ ਹੁੰਦੇ ਹਨ ਅਤੇ ਪ੍ਰੈਜੈਂਟੇਸ਼ਨ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਵਰਤੇ ਜਾਂਦੇ ਹਨ। ਪਾਵਰ ਪੁਆਇੰਟ ਵਿੱਚ ਇਹਨਾਂ ਨੂੰ ਕਿਸੇ ਵੀ ਆਬਜੈਕਟ ਤੇ ਵਰਤਿਆ ਜਾ ਸਕਦਾ ਹੈ। ਜਿਸ ਆਬਜੈਕਟ ਤੇ ਐਨੀਮੇਸ਼ਨ ਲਗਾਇਆ ਜਾਂਦਾ ਹੈ ਐਨੀਮੇਸ਼ਨ ਸਕੀਮ ਉਸ ਵਸਤੂ ਨੂੰ ਗਤੀਮਾਨ ਕਰ ਦਿੰਦੀ ਹੈ। ਐਨੀਮੇਸ਼ਨ ਲਗਾਉਣ ਲਈ ਅਸੀਂ ਐਨੀਮੇਸ਼ਨ ਟੈਬ ਦੀ ਵਰਤੋਂ ਕਰਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਸਲਾਈਡ ਤੇ ਨੋਟ ਲਿਖੋ। ਜਿਵੇਂ ਇੱਕ ਮੂਵੀ ਕਈ ਛੋਟੇ ਕਲਿੱਪ ਤੋਂ ਮਿਲ ਕੇ ਬਣਦੀ ਹੈ ਉਸੇ ਤਰ੍ਹਾਂ ਪ੍ਰੈਜੈਂਟੇਸ਼ਨ ਇੱਕ ਤੋਂ ਵੱਧ ਸਲਾਈਡਾਂ ਤੋਂ ਮਿਲ ਕੇ ਬਣਦੀ ਹੈ। ਪ੍ਰੈਜੈਂਟੇਸ਼ਨ ਦੇ ਇਕੱਲੇ ਪੇਜ ਨੂੰ ਸਲਾਈਡ ਕਿਹਾ ਜਾਂਦਾ ਹੈ। ਪ੍ਰੈਜੈਂਟੇਸ਼ਨ ਬਣਾਉਣ ਲਈ ਸਲਾਈਡ ਵਿੱਚ ਵੱਖ-ਵੱਖ ਕਿਸਮਾਂ ਦੇ ਆਬਜੈਕਟ ਨੂੰ ਵਰਤਿਆ ਜਾ ਸਕਦਾ ਹੈ। ਪਾਵਰ ਪੁਆਇੰਟ ਵਿੱਚ ਪ੍ਰੈਜੈਂਟੇਸ਼ਨ ਬਣਾਉਣ ਲਈ ਇੱਕ ਜਾਂ ਇੱਕ ਤੋਂ ਵੱਧ ਸਲਾਈਡਾਂ ਦੀ ਵਰਤੋਂ ਕੀਤੀ ਜਾਂਦੀ ਹੈ।